ਵਿਧਾਨ ਸਭਾ ਦੇ ਵਿੱਚ 3 ਦਿਨਾਂ ਦਾ ਸੈਸ਼ਨ ਖਤਮ ਹੋ ਚੁੱਕਿਆ ਤੇ ਸਿੱਟਾ ਕੀ ਨਿਕਲਿਆ। ਇਸ ਨੂੰ ਲੈ ਕੇ ਹੱਲੇ ਵੀ ਕਿਸਾਨ ਜਿਹੜੇ ਨੇ ਉਹ ਵਿਰੋਧ ਜਤਾ ਰਹੇ ਨੇ ਵੀ ਬਿੱਲ ਤਾਂ ਜਿਹੜੇ ਹੈਗੇ ਸੀ ਉਹ ਗਵਰਨਰ ਨੂੰ ਭੇਜ ਦਿੱਤੇ ਗਏ ਨੇ, ਰਾਸ਼ਟਰਪਤੀ ਕੋਲ ਸਾਈਨ ਹੋਣਗੇ ਕਿ ਨਹੀਂ ਹੋਣਗੇ, ਇਹ ਵੀ ਕਿਤੇ ਨਾ ਕਿਤੇ ਅੱਗੇ ਜਾ ਕੇ ਕੁਐਸਚਨ ਮਾਰਕ ਹੈ। ਹੁਣ ਸਵਾਲ ਹੈ ਕਿ 3 ਸਿਆਸੀ ਪਾਰਟੀਆਂ ਨੇ ਵਿਧਾਨ ਸਭਾ ਦੇ ਵਿੱਚ ਕੀਤਾ ਕੀ ਹੈ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੋ ਵਿਰੋਧੀ ਧਿਰ ਬੋਲ ਰਿਹਾ ਸੀ ਉਹਨਾਂ ਦੀ ਕੋਈ ਵੀ ਉੱਥੇ ਲਾਈਵ ਟੈਲੀਕਾਸਟ ਨਹੀਂ ਹੋ ਰਿਹਾ ਸੀ, ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਜੋ ਉੱਥੇ ਗੱਲ ਕਹੀ ਹੈ ਉਹੀ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸੀ। ਇਸ ਉੱਪਰ ਵੀ ਇਤਰਾਜ਼ ਸੀ ਆਮ ਆਦਮੀ ਪਾਰਟੀ ਨੂੰ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸੀ। ਸਾਡੇ ਸਮੇਂ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਸਭ ਤੋਂ ਵੱਡਾ ਇਹ ਸਵਾਲ ਹੈ ਕਿ ਜਿਸ ਤਰੀਕੇ ਨਾਲ 3 ਦਿਨ ਦਾ ਸੈਸ਼ਨ ਰੱਖਿਆ ਗਿਆ ਸੀ ਉਸ ਵਿੱਚੋਂ ਸਿੱਟਾ ਕੀ ਨਿਕਲ ਕੇ ਆਇਆ ਹੈ। ਆਪਾਂ ਅਮਨ ਅਰੋੜਾ ਜੀ ਨਾਲ ਗੱਲ ਕਰਾਂਗੇ। ਅਮਨ ਜੀ, ਮੇਰਾ ਪਹਿਲਾ ਸਵਾਲ ਇਹ ਹੈ ਕਿ 3 ਦਿਨਾਂ ਦਾ ਸੈਸ਼ਨ ਸੀ, 1 ਦਿਨ ਦਾ ਪਹਿਲਾਂ ਸੈਸ਼ਨ ਰੱਖਿਆ ਗਿਆ ਸੀ, ਤੁਸੀਂ ਉਸ ਵਾਰ ਆਵਾਜ਼ ਉਠਾਉਂਦੇ ਹੋ, ਪ੍ਰੋਟੈਸਟ ਕਰਨੇ ਹੋ ਕਿ ਸੈਸ਼ਨ ਜਿਹੜਾ ਹੈ ਇਸ ਨੂੰ ਵਧਾਇਆ ਜਾਵੇ। 7 ਦਿਨ ਦੀ ਡਿਮਾਂਡ ਸੀ ਪਰ 3 ਦਿਨ ਸੈਸ਼ਨ ਚੱਲਿਆ। ਇਹ 3 ਦਿਨ ਦੇ ਸੈਸ਼ਨ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਕਿਹੜੀਆਂ ਗੱਲਾਂ ਗਈਆਂ ਨੇ? देखो इस तरह है कि जे ਨੀਅਤ ਸਾਫ਼ ਹੁੰਦੀ ਤਾਂ ਇਸ ਸੈਸ਼ਨ ਦੇ ਵਿੱਚ ਜਿਹੜਾ ਕਿ ਸਪੈਸ਼ਲੀ ਕਿਸਾਨੀ ਨੂੰ ਬਚਾਉਣ ਦੇ ਲਈ ਬੁਲਾਇਆ ਗਿਆ ਸੀਗਾ, ਇਹਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦਾ ਕੋਈ ਨਾ ਕੋਈ ਹੱਲ ਤਰੀਕਾ, ਕੋਈ ਕਾਨੂੰਨ ਨਿਕਲ ਸਕਦਾ ਸੀਗਾ। ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੀ ਨੀਅਤ ਨੀਤੀ ਦੋਨੋਂ ਕਾਲੀਆਂ ਨੇ, ਉਹਨਾਂ ਦੀ ਮਨ ਦੇ ਵਿੱਚ ਖੋਟ ਹੈ, ਇਸ ਕਰਕੇ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਕਿਸਾਨ ਅੱਜ ਵੀ ਰੇਲ ਲਾਈਨਾਂ ਦੇ ਉੱਪਰ, ਸੜਕਾਂ ਦੇ ਉੱਪਰ ਪ੍ਰੋਟੈਸਟ ਕਰ ਰਹੇ ਨੇ। ਹੁਣ ਇਹਨਾਂ ਨੇ ਕੀਤਾ ਕੀ ਹੈ? ਕੀਤਾ ਸਿਰਫ ਇੰਨਾ ਹੈ, ਔਰ ਅਸੀਂ ਵੀ ਉਸ ਦੇ ਵਿੱਚ ਇਸ ਕਰਕੇ ਪਾਰਟੀਸਪੇਟ ਕੀਤਾ ਕਿਉਂਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ ਔਰ ਸੁਪਰੀਮ ਕੋਰਟ ਆਫ ਇੰਡੀਆ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਸੀਗੇ ਕਿ ਜਿਹੜੇ ਕੇਂਦਰ ਦੇ 3 ਕਾਲੇ ਕਾਨੂੰਨ ਨੇ ਉਹ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਅਤੇ ਸਮੁੱਚਾ ਪੰਜਾਬ ਉਹਨਾਂ ਦੇ ਖਿਲਾਫ ਹੈ। ਉਹਨਾਂ ਨੂੰ ਰੱਦ ਕਰਨ ਤੱਕ ਦਾ ਜਿਹੜਾ ਸੀ ਉੱਥੋਂ ਤੱਕ ਨਾਲ ਸੀ। ਪਰ ਨਾਲ ਹੀ ਇਹ ਸਵਾਲ ਜਿਹੜਾ ਅਸੀਂ ਵੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪ ਉਸ ਆਪਦੀ ਸਪੀਚ ਦੇ ਵਿੱਚ ਕਿਹਾ ਕਿ ਅਸੀਂ ਇੱਕ ਬਿੱਲ ਬਣਾ ਤਾਂ ਰਹੇ ਹਾਂ ਪਰ ਪਤਾ ਨਹੀਂ ਰਾਜਪਾਲ ਮਨਜ਼ੂਰ ਕਰਨਗੇ ਨਹੀਂ ਕਰਨਗੇ, ਰਾਸ਼ਟਰਪਤੀ ਮਨਜ਼ੂਰ ਕਰਨਗੇ ਨਹੀਂ ਕਰਨਗੇ, ਸੁਪਰੀਮ ਕੋਰਟ ਆਫ ਇੰਡੀਆ ਮਨਜ਼ੂਰ ਕਰਨਗੇ ਨਹੀਂ ਕਰਨਗੇ। ਇਹ ਸਾਰੇ ਸਵਾਲ ਜਿਹੜੇ ਖਦਸ਼ੇ ਅਸੀਂ ਪਹਿਲਾਂ ਕਹਿ ਰਹੇ ਸੀਗੇ ਉਹਨਾਂ ਨੇ ਆਪ ਹੀ ਖੜੇ ਕਰ ਦਿੱਤੇ। ਅਸੀਂ ਇਹ ਚਾਹੁੰਦੇ ਸੀਗੇ, ਸਾਡੀ ਲੰਬੇ ਸਮੇਂ ਤੋਂ ਮੰਗ ਇਹ ਸੀਗੀ ਕਿ ਪੰਜਾਬ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਕ ਕਾਨੂੰਨ ਲੈ ਕੇ ਆਉਣਾ ਚਾਹੀਦਾ ਔਰ ਉਹ ਕਾਨੂੰਨ ਦੇ ਵਿੱਚ ਹੋਣਾ ਚਾਹੀਦਾ ਕਿ ਜੇ ਜਿੰਨਾ ਕੇਂਦਰ ਸਰਕਾਰ PDS ਲਈ ਜਾਂ ਬਾਕੀ ਵਰਤੋਂ ਦੇ ਲਈ ਜਿੰਨਾ ਪੰਜਾਬ ਦੇ ਵਿੱਚੋਂ MSP ਦੇ ਵਿੱਚ ਉੱਪਰ ਪਰਚੇਜ਼ ਕਰਦੀ ਹੈ ਠੀਕ ਹੈ, ਜੇ ਕੋਈ ਪ੍ਰਾਈਵੇਟ ਵਪਾਰੀ ਵੀ MSP ਤੋਂ ਉੱਪਰ ਪਰਚੇਜ਼ ਕਰਦਾ ਤਾਂ ਵੀ ਠੀਕ ਹੈ, ਕੋਈ ਇਤਰਾਜ਼ ਨਹੀਂ ਹੈ। ਪਰ ਉਸ ਤੋਂ ਬਾਅਦ ਜਿੰਨਾ ਦਾਣਾ ਕੱਲਾ ਦਾਣਾ ਜਿਹੜਾ ਬਚ ਜਾਂਦਾ, ਚਾਹੇ ਕਣਕ ਦਾ, ਚਾਹੇ ਝੋਨੇ ਦਾ, ਚਾਹੇ ਬਾਕੀ ਫਸਲਾਂ ਦਾ, ਉਹ ਪੰਜਾਬ ਸਰਕਾਰ ਨੂੰ ਕਾਨੂੰਨੀ ਹੱਕ ਹੈ ਜਿਹੜਾ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਕਿ ਪੰਜਾਬ ਸਰਕਾਰ ਆਪਦੇ ਪੱਲਿਓਂ ਪੈਸਾ ਦੇ ਕੇ ਉਹ ਕੱਲਾ ਦਾਣਾ ਜਿਹੜਾ ਉਹ ਖਰੀਦੇਗੀ। ਇਸ ਸਾਰੇ ਇੱਕ ਝੋਲੇ ਦਾ, ਇਸ ਸਾਰੇ ਰੌਲੇ ਦਾ, ਇਸ ਸਾਰੀ ਸਮੱਸਿਆ ਦਾ ਹੱਲ ਸਿਰਫ ਔਰ ਸਿਰਫ ਇੱਕ ਇਹੀ ਹੈ, ਹੋਰ ਇਸ ਤੋਂ ਇਲਾਵਾ ਹੱਲ ਹੈ ਕੋਈ ਨਹੀਂ। ਸਾਨੂੰ ਉਮੀਦ ਸੀ ਕਿ ਜਿਸ ਤਰੀਕੇ ਦੇ ਨਾਲ ਹਾਈਪ ਕਾਂਗਰਸ ਪਾਰਟੀ ਦੀ ਸਰਕਾਰ ਕਰ ਰਹੀ ਹੈ ਕਿ ਸ਼ਾਇਦ ਇਹ ਇਸ ਤਰੀਕੇ ਦਾ ਬਿੱਲ ਕਾਨੂੰਨ ਲੈ ਕੇ ਆਉਣ, ਜਿਹਦੀ ਵਜ੍ਹਾ ਕਰਕੇ ਅਸੀਂ ਉਸ ਕਾਨੂੰਨ ਦੀ ਕਾਪੀ ਦੀ ਮੰਗ ਕਰ ਰਹੇ ਸੀਗੇ, ਇਹਨਾਂ ਨੇ ਸਾਨੂੰ ਦਿੱਤੀ ਨਹੀਂ ਹੈਗੀ, ਜਿਹਦੀ ਵਜ੍ਹਾ ਕਰਕੇ ਸਾਨੂੰ ਸਾਰੀ ਰਾਤ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਗੁਜ਼ਾਰੀ ਪਰ ਇਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਹੈਗੀ। ਸੋ ਇਸ ਕਰਕੇ ਅਸੀਂ ਅੱਜ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਲੈ ਕੇ ਆਉਣਾ ਚਾਹੀਦਾ ਕਿ ਲੀਗਲ ਰਾਈਟ ਹੋਣਾ ਚਾਹੀਦਾ ਐਸ਼ੋਰਡ ਪਰਚੇਜ਼ ਦਾ ਹਰੇਕ ਫਸਲ ਦਾ ਕਿਸਾਨਾਂ ਤੋਂ। ਔਰ ਜੇ ਨਹੀਂ ਲੈ ਕੇ ਆਉਂਦੇ ਕਿ ਤਾਂ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਅਸੀਂ ਇਹ ਕਾਨੂੰਨ ਬਣਾ ਕੇ ਦਿਖਾਵਾਂਗੇ ਅਤੇ ਇੰਪਲੀਮੈਂਟ ਕਰਕੇ ਦਿਖਾਵਾਂਗੇ। ਹੁਣ ਕਿਸਾਨ ਕੱਲ੍ਹ ਮੀਟਿੰਗ ਕਰਦੇ ਨੇ ਕਿਸਾਨ ਭਵਨ ਦੇ ਵਿੱਚ, ਕਿਸਾਨ ਕਹਿੰਦੇ ਨੇ ਕਿ ਸਾਡੇ ਹੱਥ ਪੱਲੇ ਕੁਛ ਵੀ ਨਹੀਂ ਪਿਆ, ਸਿਰਫ ਪਾਰਟੀਆਂ, ਸਿਆਸੀ ਪਾਰਟੀਆਂ ਵਿਧਾਨ ਸਭਾ ਦੇ ਗੋਲ ਚੱਕਰ 'ਚ ਘੁੰਮਦੀਆਂ ਰਹੀਆਂ ਨੇ, ਰਿਜ਼ਲਟ ਹੱਲੇ ਵੀ ਕੁਛ ਨਹੀਂ ਨਿਕਲਿਆ ਕਿਉਂਕਿ ਹੱਲੇ ਵੀ ਬਿੱਲ ਅੱਗੇ ਜਾ ਕੇ ਅਟਕ ਜਾਣਗੇ। ਜੇ ਤੁਸੀਂ ਰਾਸ਼ਟਰਪਤੀ ਗੱਲ ਕਰਦੇ ਆ ਗਵਰਨਰ ਦੀ, ਮੇਰਾ ਸਿੱਧਾ ਜਿਹਾ ਸਵਾਲ ਹੈ, ਜੇ ਤੁਹਾਨੂੰ ਲੱਗਦਾ ਸੀ ਕਿ ਕਾਂਗਰਸ ਪਾਰਟੀ ਜਾਂ ਕਾਂਗਰਸ ਸਰਕਾਰ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗੇ ਸੀ, ਵੀ ਤੁਸੀਂ ਗਵਰਨਰ ਹਾਊਸ ਕਿਉਂ ਗਏ ਸੀ? ਤੁਸੀਂ ਗੱਲ ਹੀ ਨਹੀਂ ਸਮਝ ਰਹੇ ਹੈਗੇ। ਤੁਸੀਂ ਮੈਂ ਇੰਨੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ, ਤੁਸੀਂ ਫਿਰ ਨਹੀਂ ਗੱਲ ਫੋਲੋ ਕੀਤੀ। ਅਸੀਂ ਇਸ ਕਰਕੇ ਗਏ ਕਿਉਂਕਿ ਅਸੀਂ ਮੈਸੇਜ ਪ੍ਰਧਾਨ ਮੰਤਰੀ ਨੂੰ, ਅਸੀਂ ਮੈਸੇਜ ਰਾਸ਼ਟਰਪਤੀ ਨੂੰ, ਅਸੀਂ ਦੇਸ਼ ਦੀ ਸੁਪਰੀਮ ਕੋਰਟ ਆਫ ਇੰਡੀਆ ਨੂੰ ਅਸੀਂ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਸੀਗੇ ਵੀ ਕਿਸੇ ਵੀ ਪੁਆਇੰਟ ਦੇ ਉੱਪਰ ਕਿਸਾਨਾਂ ਦੇ ਮਸਲੇ ਦੇ ਉੱਪਰ ਕੋਈ ਵੀ ਪੋਲੀਟੀਕਲ ਪਾਰਟੀ ਉਹਨਾਂ ਦੇ ਨਾਲ ਨਹੀਂ ਖੜੀ ਹੈਗੀ। ਇਹ ਮੰਗ ਜਿਹੜੀ ਸਪੈਸ਼ਲ ਸੈਸ਼ਨ ਦੀ ਸੀਗੀ, ਅਸੀਂ ਤਾਂ ਮੰਗ ਕਰ ਹੀ ਰਹੇ ਸੀ, ਪਰ ਅਸੀਂ ਇਸ ਕਰਕੇ ਮੰਗ ਕਰ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਉਸ ਸੈਸ਼ਨ ਦੇ ਵਿੱਚ ਐਸ਼ੋਰਡ ਪਰਚੇਜ਼ ਦਾ ਬਿੱਲ ਹੈ ਜਿਹੜਾ ਉਹ ਲੈ ਕੇ ਆਉਣਗੇ। ਉਹ ਤਾਂ ਜਿਹੜਾ ਕੰਮ ਦਾ ਬਿੱਲ ਸੀਗਾ ਉਹ ਤਾਂ ਉਹ ਲੈ ਕੇ ਨਹੀਂ ਆਏ ਹੈਗੇ। ਉਹ ਗੋਲ ਗੱਲਾਂ ਇਹੋ ਜਿਹੇ ਬਿੱਲ ਲਿਆਂਦੇ ਜਿਹੜੇ ਕਿ ਮੈਂ ਪਹਿਲੇ ਦਿਨੋਂ ਕਹਿ ਰਿਹਾ ਕਿ ਪੰਜਾਬ ਸਰਕਾਰ ਜੇ ਕੋਈ ਬਿੱਲ ਲੈ ਕੇ ਆਉਂਦੀ ਹੈ
ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਜਾਂ ਅਮੈਂਡ ਕਰਨ ਲਈ ਉਹ ਪੋਸੀਬਲ ਨਹੀਂ ਹੈਗਾ। ਉਸ ਤੋਂ ਬਾਅਦ ਰਾਜਪਾਲ ਨੇ ਐਕਸੈਪਟ ਨਹੀਂ ਕਰਨਾ, ਗਵਰਨਰ ਤੁਹਾਡੇ ਰਾਸ਼ਟਰਪਤੀ ਨੇ ਐਕਸੈਪਟ ਨਹੀਂ ਕਰਨਾ, ਸੁਪਰੀਮ ਕੋਰਟ ਆਫ ਇੰਡੀਆ ਨੇ ਐਕਸੈਪਟ ਨਹੀਂ ਕਰਨਾ ਹੈਗਾ। ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਵੀ ਇਹ ਇੱਕ ਲਾਅ ਹੈ ਜਿਹੜਾ ਇਹ ਕਲੀਅਰਲੀ ਐਸਟੈਬਲਿਸ਼ਡ ਹੈ ਕਿ ਜੇ ਇੱਕ ਮਸਲੇ ਦੇ ਉੱਪਰ ਦੋ ਸਰਕਾਰਾਂ, ਕੇਂਦਰ ਸਰਕਾਰ ਤੇ ਰਾਜ ਸਰਕਾਰ, ਕੋਈ ਕਾਨੂੰਨ ਬਣਾ ਦੇ ਤੇ ਜਿਹੜਾ ਕੇਂਦਰ ਸਰਕਾਰ ਵਾਲਾ ਕਾਨੂੰਨ ਹੁੰਦਾ ਉਹ ਪ੍ਰਵੇਲ ਪਾਉਣ ਕਰਦਾ, ਉਹ ਇੰਪਲੀਮੈਂਟ ਹੁੰਦਾ। ਸੋ ਇਹ ਇੱਕ ਪਾਣੀ 'ਚ ਮਧਾਣੀ ਸੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਪਾ ਕੇ ਰਿੜਕ ਦਿੱਤੀ। ਪਰ ਹਾਂ, ਫਿਰ ਵੀ ਮੈਂ ਇਹ ਮੰਨ ਕੇ ਚੱਲਦਾ ਕਿ ਜਿਵੇਂ ਕਿਸਾਨ ਜਥੇਬੰਦੀਆਂ ਸਾਡੇ ਤੋਂ ਉਮੀਦ, ਉਹਨਾਂ ਨੂੰ ਕਾਂਗਰਸ ਤੋਂ ਜਾਂ ਅਕਾਲੀਆਂ ਤੋਂ ਤਾਂ ਉਮੀਦ ਕੋਈ ਸੀ ਨਹੀਂ, ਬੀਜੇਪੀ ਨੇ ਪਾਰਟਿਸਿਪੇਟ ਹੀ ਨਹੀਂ ਕੀਤਾ ਹੈਗਾ। ਸਾਡੇ ਤੋਂ ਉਮੀਦ ਇਹ ਸੀਗੀ ਕਿ ਅਸੀਂ ਇੱਕ ਪਲੇਟਫਾਰਮ ਦੇ ਉੱਪਰ ਪੂਰੇ ਦੇਸ਼ ਨੂੰ ਮੈਸੇਜ ਦੇ ਸਕੀਏ ਕਿ ਅਸੀਂ ਕਿਸਾਨਾਂ ਦੀ ਲੜਾਈ ਲੜਨ ਦੇ ਲਈ ਹਰ ਪੱਖੋਂ ਤਿਆਰ ਹਾਂ, ਤੇ ਉਹ ਅਸੀਂ ਮੈਸੇਜ ਦੇਣ ਦੇ ਵਿੱਚ ਕਾਮਯਾਬ ਵੀ ਹੋਏ। ਪਰ ਪ੍ਰੋਬਲਮ ਕੀ ਹੈ ਕਿ ਬਿਮਾਰੀ ਕੋਈ ਹੋਰ ਹੈ ਤੇ ਕੈਪਟਨ ਅਮਰਿੰਦਰ ਸਿੰਘ ਗੋਲੀਆਂ ਦਵਾਈਆਂ ਕੋਈ ਹੋਰ ਦੇ ਰਹੇ ਨੇ, ਜਿਹੜਾ ਕਿ ਹੱਲ ਨਹੀਂ ਹੈ। ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਰਾਸ਼ਟਰਪਤੀ ਜਾਂ ਪੂਰੇ ਸੈਂਟਰ 'ਚ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ। ਜੇ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ, ਫਿਰ ਤੁਸੀਂ ਬਾਹਰ ਆ ਕੇ ਵਿਰੋਧ ਕਰ ਰਹੇ ਸੀ, ਬਾਹਰ ਆ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਅਸੀਂ ਇਸ ਚੀਜ਼ ਦਾ ਖੰਡਨ ਕਰਨੇ ਆ, ਫਿਰ ਤੁਸੀਂ ਨਾਲ ਵੀ ਚਲੇ ਜਾਂਦੇ ਹੋ। ਇੱਥੇ ਵੀ ਕਈਆਂ ਨੂੰ ਇਤਰਾਜ਼ ਹੈ। ਤੁਸੀਂ ਤੁਹਾਡੇ ਭਾਈ ਸਾਹਿਬ ਸਵਾਲ ਬਾਰ-ਬਾਰ ਉਹੀ ਸਵਾਲ ਨੇ। ਮੈਂ ਕਹਿ ਰਿਹਾ ਹਾਂ ਵੀ ਅਸੀਂ ਰਾਸ਼ਟਰਪਤੀ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਮੈਸੇਜ ਦੇਣ ਲਈ ਕਿ ਪੂਰੇ ਕਿਸਾਨਾਂ ਦੇ ਨਾਲ ਅਸੀਂ ਖੜ੍ਹੇ ਹਾਂ, ਅਸੀਂ ਉਸ ਕਰਕੇ ਗਏ। ਆਬਜੈਕਸ਼ਨ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਇਸ ਡਰਾਮੇਬਾਜ਼ੀ ਦੇ ਉੱਪਰ ਇਸ ਕਰਕੇ ਹੈ ਕਿਉਂਕਿ ਸਾਡੀ ਇਹ ਮੰਗ ਸੀਗੀ ਕਿ ਤੁਸੀਂ ਆਪ ਦਾ ਬਿੱਲ ਲੈ ਕੇ ਆਓ ਕਿ ਜੇ ਇੱਕ ਦਾਣਾ ਵੀ MSP ਦੇ ਉੱਪਰ ਪਰਚੇਜ਼ ਕੀਤੇ ਬਿਨਾਂ ਰਹਿ ਜਾਂਦਾ ਹੈ ਤਾਂ ਉਹਨੂੰ ਪੰਜਾਬ ਸਰਕਾਰ ਪਰਚੇਜ਼ ਕਰੇਗੀ। ਉਹ ਲੈ ਕੇ ਨਹੀਂ ਆਏ ਹੈਗੇ। ਹੁਣ ਦੋ ਬੜੀਆਂ ਸਿੰਪਲ ਔਰ ਪੈਰਲਲ ਗੱਲਾਂ ਨੇ, ਉਹੀ ਮੈਂ ਤੁਹਾਨੂੰ ਸਮਝਾਉਂਦਾ। ਨਹੀਂ, ਜੋ ਕਿਸਾਨ ਤੁਸੀਂ ਹੁਣ 3 ਸਾਲ ਦੀ ਸਜ਼ਾ ਦਾ ਵੀ ਵਿਧਾਨ ਸਭਾ ਦੇ ਵਿੱਚ ਹੋ ਗਿਆ, ਤਾਂ ਲੱਗਦਾ ਫਾਇਦਾ ਮਿਲੂਗਾ MSP ਜੇ ਕੋਈ ਰੇਟ ਵੱਧ ਨਹੀਂ ਖਰੀਦਦਾ ਤਾਂ? ਮੈਨੂੰ ਤੁਸੀਂ ਗੱਲ ਸਮਝਾਓ। ਜਿਹੜਾ ਕਾਨੂੰਨ ਦਾ ਰੂਪ ਕਦੇ ਲੈਣ ਦੀ ਉਮੀਦ ਹੀ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਨੇ ਆਪ ਕਹਿ ਦਿੱਤਾ ਕਿ ਪਤਾ ਨਹੀਂ ਪਹਿਲਾਂ ਰਾਜਪਾਲ, ਫਿਰ ਰਾਸ਼ਟਰਪਤੀ, ਫਿਰ ਸੁਪਰੀਮ ਕੋਰਟ ਆਫ ਇੰਡੀਆ ਉਹਨੂੰ ਕਦੇ ਕਾਨੂੰਨੀ ਮਾਨਤਾ ਦੇਣਗੇ ਕਿ ਨਹੀਂ ਦੇਣਗੇ, ਉਹ ਤੁਸੀਂ ਲਿਖ ਤਾਂ ਦਿੱਤਾ। ਪਰ ਉਹ ਜਦੋਂ ਸਾਰਿਆਂ ਤੋਂ ਐਕਸੈਂਟ ਮਿਲ ਗਈ, ਮਨਜ਼ੂਰੀ ਮਿਲ ਗਈ, ਕਾਨੂੰਨ ਦਾ ਰੂਪ ਤਾਂ ਹੀ ਲਊਗਾ। ਸੋ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਹੈਗੀ। ਔਰ ਮੈਂ ਨਹੀਂ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪੇ ਖਦਸ਼ੇ ਜ਼ਾਹਿਰ ਕਰ ਰਹੇ ਨੇ। ਸੋ ਇਸ ਕਰਕੇ ਇਹ ਸਿਰਫ ਔਰ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ। ਜੇ ਸਹੀ ਮਾਇਨੇ ਦੇ ਵਿੱਚ ਇਹ ਇਮਾਨਦਾਰ ਸੀਗੇ ਪੰਜਾਬ ਦੇ ਕਿਸਾਨਾਂ ਪ੍ਰਤੀ, ਤਾਂ 2 ਲੈਣਾਂ ਦਾ ਇੱਕ ਬਿੱਲ ਲੈ ਕੇ ਆਉਣਾ ਚਾਹੀਦਾ ਸੀਗਾ ਕਿ ਜੇ ਕੇਂਦਰ ਸਰਕਾਰ ਇੱਕ ਨਵਾਂ ਦਾਣਾ ਵੀ ਛੱਡ ਦਿੰਦੀ ਹੈ ਕਣਕ ਝੋਨੇ ਦਾ, ਤੇ ਪੰਜਾਬ ਸਰਕਾਰ ਉਹਨੂੰ MSP ਦੇ ਰੇਟ ਉੱਪਰ ਖਰੀਦੇਗੀ ਔਰ ਐਸ਼ੋਰਡ ਪਰਚੇਜ਼ ਕਰੇਗੀ। ਇੰਨੇ ਨਾਲ ਸਾਰਾ ਮਸਲਾ ਹੱਲ ਹੁੰਦਾ। ਪਰ ਇਹਨਾਂ ਨੇ ਉਹ ਮਸਲਾ ਹੱਲ ਕਰਨ ਦੀ ਬਜਾਏ ਬਾਕੀ ਸਾਰੀ ਡਰਾਮੇਬਾਜ਼ੀ ਕਰਤੀ। ਹੁਣ ਜਿਸ ਇੱਕ ਨਾਲ ਜੇ ਆਪਾਂ ਇਹ ਗੱਲ ਮੰਨ ਲਈਏ ਕਿ ਜੇ ਰਾਸ਼ਟਰਪਤੀ ਸਾਈਨ ਨਹੀਂ ਕਰਦੇ ਕਿ ਮਾਮਲਾ ਕੋਰਟ ਵਿੱਚ ਜਾਂਦਾ ਹੈ, ਇਹ ਜੇ ਕੋਰਟ ਵਿੱਚ ਪੰਜਾਬ ਸਰਕਾਰ ਕੇਸ ਲੜਦੀ ਵੀ, ਪਰ ਹੁਣ ਤੱਕ ਤਾਂ ਕੋਈ ਪੰਜਾਬ ਸਰਕਾਰ ਨੇ ਜਿੱਤਿਆ ਹੀ ਨਹੀਂ, ਕੋਈ ਵੀ ਕੋਰਟ ਵਿੱਚ ਕੇਸ ਲੜਿਆ, ਫਿਰ ਤੁਹਾਨੂੰ ਲੱਗਦਾ ਜੇ ਮਾਮਲਾ ਕੋਰਟ ਵੀ ਚਲਾ ਜਾਂਦਾ ਜਿੱਤ ਜਾਣਗੇ ਉੱਥੋਂ ਦੀ? ਨਹੀਂ, ਜਿੱਤਣ ਦੀ ਉਮੀਦ ਕੋਈ ਨਹੀਂ ਹੈ ਕਿਉਂਕਿ ਇੱਕ ਤਾਂ ਪੰਜਾਬ ਸਰਕਾਰ ਦੀ ਨੀਅਤ ਨਹੀਂ ਸਾਫ਼ ਹੈਗੀ, ਨੰਬਰ 1। ਨੰਬਰ 2, ਅਜੇ ਤੱਕ ਕੋਈ ਕੋਰਟ ਕੇਸ ਪੰਜਾਬ ਸਰਕਾਰ ਜਿੱਤੀ ਨਹੀਂ ਹੈਗੀ। ਨੰਬਰ 3, ਇਹ ਕਲੀਅਰ ਐਸਟੈਬਲਿਸ਼ਡ ਲਾਅ ਹੈ ਕਿ ਜੇ ਇੱਕ ਮਸਲੇ ਦੇ ਉੱਪਰ 2 ਸਰਕਾਰਾਂ ਕਾਨੂੰਨ ਬਣਾ ਦੇਣ, ਇੱਕ ਕੇਂਦਰ ਸਰਕਾਰ ਤੇ ਦੂਜਾ ਰਾਜ ਸਰਕਾਰ ਆ, ਤੇ ਜਿਹੜਾ ਕੇਂਦਰ ਸਰਕਾਰ ਵਾਲਾ ਹੁੰਦਾ ਉਹ ਮੰਨਿਆ ਜਾਊਗਾ, ਰਾਜ ਸਰਕਾਰ ਵਾਲਾ ਨਹੀਂ ਮੰਨਿਆ ਜਾਊਗਾ। ਸੋ ਇਸ ਕਰਕੇ ਇਹ ਸਿਰਫ ਔਰ ਸਿਰਫ ਇਹਨਾਂ ਨੇ ਜਿਹੜੀ ਗੱਲ ਮੈਂ ਬਾਰ-ਬਾਰ ਪਹਿਲਾਂ ਕਰਦਾ ਆ ਰਿਹਾ ਸੀਗਾ ਕਿ ਇਹ ਜਿਹੜੇ ਮਤੇ ਲੈ ਕੇ ਆਉਣਗੇ, ਕਾਨੂੰਨ ਲੈ ਕੇ ਆਉਣਗੇ, ਇਹ ਕਿਸਾਨੀ ਦੇ ਕਾਨੂੰਨ ਨਹੀਂ ਲੈ ਕੇ ਆਉਣਗੇ। ਇਹ ਕਾਂਗਰਸ ਪਾਰਟੀ ਦੀ ਡੁੱਬਦੀ ਨਈਆਂ ਨੂੰ 2022 ਦੇ ਵਿੱਚ ਬਚਾਉਣ ਵਾਲੇ ਕਾਨੂੰਨ ਨੇ ਜਿਹੜੇ ਉਹ ਲੈ ਕੇ ਆਉਣਗੇ। ਹਜੇ ਇਸੇ ਕਰਕੇ ਔਰ ਸਾਬਤ ਵੀ ਹੋ ਜਾਂਦਾ, ਹਜੇ ਕੱਲ੍ਹ ਸੈਸ਼ਨ ਹੈ ਜਿਹੜਾ ਉਹ ਪੂਰਾ ਹੋ ਕੇ ਹਟਿਆ, ਤੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਵੀ ਲੱਗ ਗਈਆਂ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ, ਕਿਸਾਨ ਕਾਂਗਰਸ ਦੇ ਨਾਲ ਡਰਾਮੇਬਾਜ਼ੀ ਇਹਨਾਂ ਨੇ ਸ਼ੁਰੂ ਕਰ ਦਿੱਤੀ। ਪਰ ਲੋਕ ਅੱਜ ਸਮਝ ਚੁੱਕੇ ਨੇ ਕਿ ਤੁਸੀਂ ਕਿਸਾਨ ਸਮਝ ਚੁੱਕੇ ਨੇ ਕਿ ਤੁਸੀਂ ਹੁਣ ਦੁਬਾਰਾ ਜਿਵੇਂ 17 'ਚ ਬੇਵਕੂਫ ਬਣਾ ਕੇ ਹੁਣ ਕਾਂਗਰਸ ਪਾਰਟੀ ਬਣਾ ਨਹੀਂ ਸਕਣੀ ਹੈਗੀ। ਕੈਪਟਨ ਸਾਹਿਬ, ਜਿਵੇਂ ਕੱਲ੍ਹ ਸੈਸ਼ਨ ਖਤਮ ਹੁੰਦਾ ਬਾਹਰ ਨਿਕਲੇ ਤਾਂ ਉਹਨਾਂ ਦੇ ਇੱਕ ਬਿਆਨ ਵੀ ਆ ਜਾਂਦਾ ਕਿ ਸਾਰੀਆਂ ਪਾਰਟੀਆਂ ਨੇ, ਜੇ ਕਿਸਾਨਾਂ ਨੇ ਕਿਹਾ ਸੀ ਕਿ ਸੈਸ਼ਨ ਬੁਲਾਇਆ ਜਾਵੇ, ਇਸ ਬਿੱਲ ਨੂੰ ਰੱਦ ਕੀਤਾ ਜਾਵੇ, ਕੈਪਟਨ ਨੇ ਇਹ ਵੀ ਗੱਲ ਕਹੀ ਕਿ ਸਾਰੇ ਪਾਰਟੀ ਨੂੰ ਬੁਲਾ ਕੇ ਉੱਥੇ ਜਿਹੜਾ ਹੈਗਾ ਵਿਧਾਨ ਸਭਾ 'ਚ ਬਿੱਲ ਜੋ ਹੈ ਰੱਦ ਕੀਤੇ ਗਏ ਨੇ। ਉਸ ਵੇਲੇ MSP ਦੀ ਵੀ ਗੱਲ ਹੁੰਦੀ ਹੈ। ਫਿਰ ਕੈਪਟਨ ਸਾਹਿਬ ਕਹਿੰਦੇ ਨੇ ਕਿ ਬਾਹਰ ਅੰਦਰ ਜਾ ਕੇ ਤਾਂ ਪਾਰਟੀਆਂ ਸਾਰੀਆਂ ਨਾਲ ਨੇ ਕੈਪਟਨ ਸਾਹਿਬ ਦੇ, ਪਰ ਬਾਹਰ ਆ ਕੇ ਫਿਰ ਪ੍ਰੈਸ ਕਾਨਫਰੰਸ ਕਰਕੇ ਵਿਰੋਧ ਕਿਉਂ ਕਰ ਰਹੀਆਂ ਸੀ? ਮੈਂ ਦੇਖੋ, ਕੈਪਟਨ ਸਾਹਿਬ ਜੋ ਵੀ ਕਹਿੰਦੇ ਨੇ, ਮੈਂ ਤੁਹਾਨੂੰ ਕਾਰਨ ਦੱਸ ਦਿੱਤੇ ਵੀ ਅਸੀਂ ਅੰਦਰ ਜਿਹੜੀ ਸਪੋਰਟ ਕੀਤੀ ਜਾਂ ਗਵਰਨਰ ਕੋਲੇ ਗਏ, ਅਸੀਂ ਸਿਰਫ ਇੱਕ ਸਾਈਕੋਲੋਜੀਕਲ ਮੈਸੇਜ ਦੇਣਾ ਚਾਹੁੰਦੇ ਸੀਗੇ ਗਵਰਨਮੈਂਟ ਆਫ ਇੰਡੀਆ ਨੂੰ
ਤੇ ਵਿਰੋਧ ਕਰਨ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਉਮੀਦ, ਸਾਡੀ ਆਸ, ਸਾਡੀ ਮੰਗ ਇਹ ਸੀ ਕਿ ਪੰਜਾਬ ਸਰਕਾਰ ਆਪ ਦਾ ਬਿੱਲ ਲੈ ਕੇ ਆਵੇ ਕਿ ਕੱਲਾ ਦਾਣਾ ਉਹ ਖਰੀਦੇਗੀ, ਉਹ ਲੈ ਕੇ ਨਹੀਂ ਆਈ ਹੈਗੀ। ਇਸ ਗੱਲ ਦਾ ਵਿਰੋਧ ਤੁਸੀਂ ਸਾਰਿਆਂ ਦੀਆਂ ਸਪੀਚਾਂ ਕਢਾ ਕੇ ਦੇਖ ਲਓ, ਸਾਡੇ ਆਮ ਆਦਮੀ ਪਾਰਟੀ ਦੇ MLA ਦੀਆਂ। ਸਾਡਾ ਸਟੈਂਡ ਅੰਦਰ ਵੀ ਇਹੀ ਸੀ ਤੇ ਬਾਹਰ ਵੀ ਇਹੀ ਸੀਗਾ। ਇਸੇ ਕਰਕੇ ਜੇ ਹੁਣ ਇਹ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਡਾ ਇਹ ਸਵਾਲ ਨਾ ਰਹਿੰਦਾ, ਜੇ ਸਾਡੀ ਮੰਗ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਪੂਰੇ ਦਾ ਪੂਰਾ ਜਿਹੜਾ ਸੈਸ਼ਨ ਸੀਗਾ ਉਹਨੂੰ ਲਾਈਵ ਟੈਲੀਕਾਸਟ ਕਰ ਦਿੰਦੇ। ਮਨ 'ਚ ਖੋਟ ਸੀ, ਮਨ 'ਚ ਚੋਰ ਸੀਗਾ, ਕੱਲੀ ਆਪਦੀ 22-24 ਮਿੰਟ ਦੀ ਜਿਹੜੀ ਵੀਡੀਓ ਸੀ ਉਹ ਤਾਂ ਰਿਲੀਜ਼ ਕਰਤੀ, ਬਾਹਰ ਟੈਲੀਕਾਸਟ ਕਰਤੀ। ਸਾਡੇ ਲੋਕਾਂ ਦਾ ਜਿਸ ਹਾਊਸ ਦਾ ਮੈਂਬਰ ਉਹ ਨੇ, ਉਸੇ ਹਾਊਸ ਦਾ ਮੈਂਬਰ ਮੈਂ, ਉਸੇ ਹਾਊਸ ਦੇ ਮੈਂਬਰ ਬਾਕੀ 115 MLA ਨੇ, ਸਾਡੀ ਕਿਉਂ ਨਹੀਂ ਰਿਲੀਜ਼ ਕੀਤੀ ਹੈਗੀ? ਸਾਡਾ ਅੰਦਰ ਵੀ ਇਹੀ ਸਟੈਂਡ ਸੀਗਾ। ਸੋ ਉਹ ਜੋ ਬੋਲ ਰਹੇ ਨੇ ਉਹ ਸਰਾਸਰ ਝੂਠ ਬੋਲ ਰਹੇ ਨੇ। ਹੁਣ ਜਿਸ ਤਰੀਕੇ ਨਾਲ ਬੀਜੇਪੀ ਦੀ ਆਪਾਂ ਗੱਲ ਕਰੀਏ, ਬੀਜੇਪੀ ਹੱਲੇ ਵੀ ਇਸ ਚੀਜ਼ ਤੇ ਜ਼ੋਰ ਕਰਦੀ ਹੈ ਕਿ ਬਿੱਲ ਜਿਹੜੇ ਨੇ ਹੱਕ ਵਿੱਚ ਹੈਗੇ ਨੇ। JP ਨੱਡਾ ਵੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹ ਵੀ ਸੰਬੋਧਨ ਕਰ ਰਹੇ ਨੇ ਕਿਸਾਨਾਂ ਨੂੰ ਕਿ ਜੋ ਸਰਕਾਰ ਨੇ ਬਿੱਲ ਬਣਾਏ ਨੇ ਹੱਕ ਦੇ ਵਿੱਚ ਹੈਗੇ ਨੇ। ਫਿਰ ਇੱਕ ਸਿੱਧਾ ਜਿਹਾ ਸਵਾਲ ਹੈ ਕਿ ਜੋ 3 ਦਿਨ ਦਾ ਸੈਸ਼ਨ ਚੱਲਿਆ, ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਹੱਥ ਪੱਲੇ ਕੋਈ ਗੱਲ ਪਈ ਹੈ? ਕੋਈ ਕਿਸਾਨ ਤਾਂ ਟਸ ਤੋਂ ਮਸ ਹੁੰਦਾ ਨਾਂ ਹੀ ਨਹੀਂ ਲੈਦੇ। ਕੋਈ ਕਿਸਾਨਾਂ ਦੇ ਪੱਲੇ ਵਿਚਾਰਿਆਂ ਦੇ ਕੁਛ ਨਹੀਂ ਪਿਆ ਹੈਗਾ। ਕੈਪਟਨ ਅਮਰਿੰਦਰ ਸਿੰਘ, ਹਾਂ ਇਹ ਇੱਕ ਚੀਜ਼ ਜਿਹੜੀ ਮੈਂ ਸਮਝਦਾ ਕਿ ਇਸ ਸੈਸ਼ਨ ਵਾਸਤੇ ਕਿਸਾਨਾਂ ਦੀ ਜੋ ਸਾਡੀ ਮੰਗ ਸੀ ਉਹ ਕਿਸਾਨਾਂ ਦੀ ਉਹੀ ਮੰਗ ਸੀ, ਉਹ ਸਾਡੀ ਘੱਟ ਸੀ, ਸਾਡੀ ਬਾਅਦ ਦੇ ਵਿੱਚ ਸੀ। ਕਿਸਾਨਾਂ ਦੀ ਮੰਗ ਪਹਿਲਾਂ ਸੀ ਕਿ ਜਿਹੜਾ ਪੰਜਾਬ ਆਪਦਾ ਕਾਨੂੰਨ ਕੱਲਾ ਦਾਣਾ ਸਾਂਭਣ ਦਾ ਲੈ ਕੇ ਆਵੇ। ਉਹਨਾਂ ਦੇ ਇਸ ਸੈਸ਼ਨ ਦੇ ਵਿੱਚ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ ਹੈਗਾ, ਜਿਹਦੀ ਵਜ੍ਹਾ ਕਰਕੇ ਉਹ ਅੱਜ ਵੀ ਪ੍ਰੋਟੈਸਟ ਕਰ ਰਹੇ ਨੇ। ਉਹ ਵੀ ਠੱਗਿਆ ਹੋਇਆ ਤੇ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਨੇ ਕਿ ਜੋ ਉਮੀਦ ਕੈਪਟਨ ਸਾਹਿਬ ਤੋਂ ਸੀ ਉਹ ਪੂਰੀ ਨਹੀਂ ਹੋਈ ਹੈਗੀ। ਹੁਣ CCL ਦੀ ਗੱਲ ਕਰੀਏ, ਕ੍ਰੈਡਿਟ ਕੈਸ਼ ਲਿਮਿਟ ਦੀ ਤੁਸੀਂ ਉੱਥੇ ਵੀ ਬੋਲੇ ਹੋ। CCL ਨੂੰ ਲੈ ਕੇ ਤੁਹਾਡੀ ਕੀ ਧਾਰਨਾ ਹੈਗੀ? ਤੁਹਾਨੂੰ ਲੱਗਦਾ ਕਿ ਪੰਜਾਬ ਕੋਲ ਪੈਸਾ ਹੈਗਾ ਜਾਂ ਪੈਸਾ ਕਿਵੇਂ ਆਏਗਾ? ਦੇਖੋ, ਕਣਕ ਔਰ ਝੋਨੇ ਦੀ ਪਰਚੇਜ਼ ਵਾਸਤੇ ਤਕਰੀਬਨ 60,000 ਕਰੋੜ ਰੁਪਏ ਜਿਹੜਾ ਉਹ ਸੈਂਟਰਲ ਗਵਰਨਮੈਂਟ RBI ਦੇ ਰਾਹੀਂ CCL ਲਿਮਿਟ ਹੈ ਜਿਹੜੀ ਉਹ ਇਸ਼ੂ ਕਰਦੀ ਹੈ। ਤਕਰੀਬਨ 25-26,000 ਕਰੋੜ ਰੁਪਏ ਕਣਕ ਵਾਸਤੇ ਤੇ 32-35,000 ਰੁਪਏ ਝੋਨੇ ਵਾਸਤੇ ਇਹ ਰਿਲੀਜ਼ ਹੁੰਦਾ ਹੈ। ਹੁਣ ਮਸਲਾ ਜਿਹੜਾ ਇਹ ਸਾਰਾ ਰੌਲਾ ਪੈ ਰਿਹਾ ਹੈ, ਅਸੀਂ ਪਹਿਲਾਂ ਕਹਿੰਦੇ ਆ ਰਹੇ ਕਿ ਮਸਲਾ ਝਗੜਾ MSP ਦਾ ਨਹੀਂ ਹੈਗਾ, ਝਗੜਾ ਜਿਹੜਾ ਉਹ ਐਸ਼ੋਰਡ ਪਰਚੇਜ਼ ਦਾ ਹੈ। ਹੁਣ ਜਿਵੇਂ ਮੋਦੀ ਸਰਕਾਰ ਪਿੱਛੇ ਪੈਰ ਖਿੱਚਦੀ ਜਾ ਰਹੀ ਹੈ, ਜੇ ਕੱਲ੍ਹ ਨੂੰ ਸਪੋਜ਼ ਕੇਂਦਰ ਸਰਕਾਰ, ਮੋਦੀ ਸਰਕਾਰ ਕਹਿ ਦਿੰਦੀ ਹੈ ਕਿ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ, ਅਸੀਂ ਤਾਂ ਤੁਹਾਨੂੰ CCL ਲਿਮਿਟ ਦਿੰਦੇ ਨਹੀਂ ਹੈਗੇ, ਪੈਸਾ ਦਿੰਦੇ ਨਹੀਂ ਹੈਗੇ, ਤੇ ਫਿਰ ਉਹ ਪਰਚੇਜ਼ ਕੌਣ ਕਰੂਗਾ? ਹੁਣ ਇਹ ਸਿਨੈਰੀਓ ਕੀ ਬਣ ਗਿਆ? ਨੰਬਰ 1, ਕੇਂਦਰ ਸਰਕਾਰ ਹੈ ਜਿਹੜੀ ਉਹ ਜੇ CCL ਲਿਮਿਟ ਸਪੋਜ਼ ਨਹੀਂ ਦਿੰਦੀ ਹੈਗੀ, ਪਰਚੇਜ਼ ਕਰਨ ਤੋਂ ਮਨਾ ਕਰ ਜਾਂਦੀ ਹੈ, ਤਾਂ ਉਹਨਾਂ ਵੱਲੋਂ ਪੈਸਾ ਆਇਆ ਨਹੀਂ। ਵਪਾਰੀ ਹੈ ਜਿਹੜਾ ਉਹ MSP ਤੋਂ ਉੱਪਰ ਪਰਚੇਜ਼ ਕਿਉਂ ਕਰੇਗਾ? ਉਹ ਕਹੇਗਾ ਕਿ ਜੇ ਉਹਨੂੰ ਤਾਂ ਪ੍ਰੋਫਿਟ ਵਾਸਤੇ ਆਉਣਾ, ਉਹਨੇ ਤਾਂ ਕਾਰਪੋਰੇਟ ਨੇ ਜਿਹੜੇ ਉਹ MSP ਤੋਂ ਉੱਪਰ ਉਹ ਪਰਚੇਜ਼ ਕਿਉਂ ਕਰੇਗਾ? ਉਹ ਇਸ ਕਰਕੇ ਨਹੀਂ ਆਏਗਾ। ਕਾਂਗਰਸ, ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਤਾਂ ਪੈਸਾ ਹੈ ਨਹੀਂਗਾ, ਤੇ ਪੈਸਾ ਆਊਗਾ ਕਿੱਥੋਂ? ਆਖਰ ਨੂੰ ਜਿਹੜਾ ਕਣਕ ਔਰ ਝੋਨਾ ਪ੍ਰੋਡਿਊਸ ਹੋਣਾ ਹੈ ਉਹ ਮੰਡੀ ਦੇ ਵਿੱਚ ਜਦੋਂ ਆਊਗਾ ਤਾਂ ਵਿਕਣ ਵਾਸਤੇ ਆਊਗਾ। ਵਿਕੂਗਾ ਉਹ ਉਹਦੀ ਜਦੋਂ ਉਹਦਾ ਕੋਈ ਗਾਹਕ ਹੋਊਗਾ। ਸੋ ਇਹ ਕਾਨੂੰਨ ਬਣਾ ਕੇ ਇਹਨਾਂ ਨੇ ਇੱਕ ਤਰੀਕੇ ਨਾਲ ਬੰਨ ਲਾਤਾ ਕਿ ਪੈਸਾ ਸਾਡੇ ਕੋਲ ਹੈ ਨਹੀਂ, ਤੁਹਾਨੂੰ ਖਰੀਦਣ ਨਹੀਂ ਦੇਣਾ ਤੇ ਤੀਜੇ ਨੂੰ ਅਸੀਂ ਵੰਡ ਨਹੀਂ ਦੇਣਾ ਹੈਗਾ। ਸੋ ਇਸ ਕਰਕੇ ਇਹ ਇੱਕ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਸੰਕਟ ਹੈ ਜਿਹੜਾ ਉਹ ਖੜਾ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਤੇ ਮੋਦੀ ਨੇ ਇਕੱਠਿਆਂ ਰਲ ਕੇ। ਸੋਲਿਊਸ਼ਨ ਇਹਦਾ ਇੱਕੋ ਇੱਕ ਹੈ ਕਿ ਪੰਜਾਬ ਸਰਕਾਰ ਆਪ ਦਾ ਕਾਨੂੰਨ ਲੈ ਕੇ ਆਵੇ, ਕੱਲਾ ਦਾਣਾ MSP ਦੇ ਉੱਪਰ ਆਪ ਐਸ਼ੋਰਡ ਪਰਚੇਜ਼ ਕਰੇਗੀ। ਤੁਸੀਂ ਹੁਣ ਜਿਵੇਂ ਗੱਲ ਕਰ ਰਹੇ ਹੋ ਕਿ MSP ਜਿਹੜੀ ਹੈਗੀ ਪੰਜਾਬ ਸਰਕਾਰ ਹਰ ਇੱਕ ਦਾਣਾ ਖਰੀਦੇ, ਪਰ ਹੁਣ ਕਾਂਗਰਸ ਦੇ ਵੱਲੋਂ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ MSP ਤੇ ਮੰਨ ਲਓ ਕਿ 60 ਜਾਂ 65,000 ਕਰੋੜ ਰੁਪਇਆ ਲੈ ਕੇ ਉਹ ਖਰੀਦ ਲੈਂਦੇ ਨੇ, ਕਿ ਪੰਜਾਬ ਕੋਲ ਇੰਨੀ ਜਗ੍ਹਾ ਹੈਗੀ ਹੈ ਕਿ ਰੱਖਿਆ ਜਾ ਸਕੇ? ਨਹੀਂ, ਉਹ ਕੋਈ ਇਸ਼ੂ ਨਹੀਂ ਜੀ, ਰੱਖਿਆ ਵੀ ਜਾ ਸਕਦਾ। ਉਹ ਤਾਂ ਨਾਲ ਦੀ ਨਾਲ ਤੁਸੀਂ ਟਰੇਡ ਕਰਨਾ, ਉਹ ਤਾਂ ਤੁਸੀਂ ਜਿਹੜਾ ਆਪਣਾ ਰੱਖਣ ਦਾ ਕੋਈ ਇਸ਼ੂ ਨਹੀਂ ਹੈਗਾ, ਰੱਖਿਆ ਜਾ ਸਕਦਾ, ਸਾਂਭਿਆ ਜਾ ਸਕਦਾ। ਨਾਲ ਦੀ ਨਾਲ ਤੁਸੀਂ ਇਹ ਥੋੜ੍ਹੀ ਹੈ ਵੀ ਸਾਰੀ ਉਮਰ ਸਟਾਕ ਹੀ ਕਰੀ ਚੱਲੋਗੇ, ਠੀਕ ਹੈ ਨਾ। ਉਹ ਇੱਕ ਸਾਈਕਲ ਬਣ ਜਾਂਦਾ ਹੁੰਦਾ। ਕੇਂਦਰ ਸਰਕਾਰ ਵੀ ਇਹੀ ਕੁਝ ਕਰਦੀ ਹੈ ਤੇ ਪੰਜਾਬ ਸਰਕਾਰ ਵੀ ਕਰ ਸਕਦੀ ਹੈ। ਸੋ ਉਹ ਕੋਈ ਪ੍ਰੋਬਲਮ ਨਹੀਂ ਹੈ। ਪਰ ਪ੍ਰੋਬਲਮ ਜਿਹੜੀ ਹੈ, ਇਹ ਸਵਾਲ ਖੜੇ ਹੁੰਦੇ ਨੇ ਕਿ 1.5 ਲੱਖ ਮੈਟ੍ਰਿਕ ਟਨ ਝੋਨੇ ਦੀ ਗੱਲ ਕਰ ਲਈਏ, ਕਣਕ ਦੀ ਗੱਲ ਕਰ ਲਈਏ, ਸਰਕਾਰ ਖਰੀਦ ਲੈਂਦੀ ਹੈ, ਫਿਰ ਰੱਖਣ ਉੱਪਰ ਸਮੱਸਿਆ ਆਦੀ। ਕਾਂਗਰਸ ਦੇ ਇਹ ਤਾਂ ਸਵਾਲ ਉਠਾ ਹੀ ਦੇ ਨੇ, ਅੱਜ ਵੀ ਸਵਾਲ ਚੁੱਕੇ ਜਾ ਰਹੇ ਨੇ। ਨਹੀਂ, ਫਿਰ ਸੋਲਿਊਸ਼ਨ ਦੱਸੋ ਕੀ ਹੈ? ਸੋਲਿਊਸ਼ਨ, ਜੇ ਸਟੋਰੇਜ ਕਪੈਸਿਟੀ ਦੀ ਤੁਹਾਨੂੰ ਪ੍ਰੋਬਲਮ ਹੈ, ਸਟੋਰੇਜ ਕਪੈਸਿਟੀ ਤਾਂ ਕ੍ਰੀਏਟ ਹੋ ਸਕਦੀ ਹੈ। ਤੁਸੀਂ ਜਿੰਨਾ ਪ੍ਰੋਡਿਊਸ ਕਰਦੇ ਹੋ 1 ਸਾਲ ਦਾ ਜਾਂ 1.25 ਸਾਲ ਦਾ ਤੁਸੀਂ ਰੱਖ ਕੇ, ਬਾਕੀ ਜਿਹੜਾ ਹੈਗਾ ਤੁਸੀਂ ਨਾਲ ਦੀ ਨਾਲ ਟਰੇਡ ਕਰੋ, ਤੁਸੀਂ ਐਕਸਪੋਰਟ ਕਰੋ, ਤੁਸੀਂ ਬਾਹਰਲੇ ਰਾਜਾਂ ਨੂੰ ਭੇਜੋ। ਇਹ ਚੀਜ਼ਾਂ ਤਾਂ ਦੇਖੋ ਕਰਨੀਆਂ ਪੈਣਗੀਆਂ ਹੁਣ, ਪਰ ਕਰਦੇ ਇਹ ਹੈ ਨਹੀਂਗੇ ਕਿਉਂਕਿ ਨੀਅਤ 'ਚ ਫਰਕ ਹੈ।
ਹੁਣ ਆਪਾਂ ਕੱਲ ਦੀ ਗੱਲ ਕਰੀਏ, 3 ਦਿਨ ਦਾ ਸੈਸ਼ਨ ਚੱਲਿਆ, ਕੱਲ 7 ਬਿੱਲ ਪਾਸ ਹੋਏ ਨੇ। ਕਿਹਾ ਇਹ ਵੀ ਯਾਦ ਹੈ ਕਿ ਹਰਪਾਲ ਚੀਮਾ ਜੀ ਨੇ ਕੁਝ ਇਹੋ ਜਿਹੀ ਉੱਥੇ ਭੱਦਰ ਸ਼ਬਦ ਦੀ ਗੱਲਬਾਤ ਕੀਤੀ ਹੈ ਕਿ ਉਸ ਤੋਂ ਬਾਅਦ ਮਾਫੀ ਮੰਗਣੀ ਚਾਹੀਦੀ ਸੀ ਉੱਥੇ ਸਪੀਕਰ ਸਾਹਿਬ ਕੋਲ, ਪਰ ਮੰਗੀ ਨਹੀਂ ਗਈ। ਇਸ ਕਰਕੇ ਜਿਹੜੇ 7 ਬਿੱਲ ਨੇ ਆਮ ਆਦਮੀ ਪਾਰਟੀ ਦੇ ਕਾਰਨ ਪਾਸ ਹੋ ਗਏ ਨੇ, ਜਿਸ ਉੱਪਰ ਬਹਿਸ ਕੀਤੀ ਜਾ ਸਕਦੀ ਸੀ। ਹੁਣ ਤੱਕ ਤੁਸੀਂ ਇਹ ਦੱਸੋ ਮੈਨੂੰ ਕਿ ਪੌਣੇ 4 ਸਾਲ ਤਾਂ ਸਾਨੂੰ ਲੋਕਾਂ ਨੂੰ ਹੋ ਗਏ, ਇਸ ਅਸੈਂਬਲੀ ਨੂੰ ਹੋ ਗਏ, ਹੁਣ ਤੱਕ ਅਜਿਹਾ ਕਿਹੜਾ ਬਿੱਲ ਹੈ ਜਿਹੜਾ ਰੁਕ ਗਿਆ ਹੋਵੇ, ਸਰਕਾਰ ਪਾਸ ਕਰਨਾ ਚਾਹੁੰਦੀ ਹੋਵੇ ਤੇ ਰੁਕ ਗਿਆ ਹੋਵੇ? ਬਿੱਲ ਕੋਈ ਨਹੀਂ ਰੁਕਦਾ ਹੁੰਦਾ। ਬਿੱਲਾਂ ਨੇ ਜਾਣਾ ਹੁੰਦਾ ਵੀ ਕਿਹਦੀ ਪਾਰਟੀ ਦੇ ਕਿੰਨੇ ਮੈਂਬਰ ਨੇ। ਉਹਨਾਂ ਕੋਲ ਐਬਸੋਲਿਊਟ ਮੈਜੋਰਿਟੀ ਹੈਗੀ, 82 ਮੈਂਬਰ ਉਹਨਾਂ ਕੋਲੇ ਹੈਗੇ, ਉਹ ਕਿਸੇ ਦੀ ਸੁਣਦੇ ਹੈ ਨਹੀਂਗੇ ਤੇ ਆਪਦੀ ਮਰਜ਼ੀ ਨਾਲ ਜਿਹੜਾ ਹੈ ਉਹ ਪਾਸ ਕਰਦੇ ਨੇ। ਸੋ ਜਿਸ ਵੀ ਬੰਦੇ ਨੇ ਇਹ ਗੱਲ ਕਹੀ ਹੈ ਉਹ ਜਾਂ ਤਾਂ ਉਹਨੂੰ ਪਤਾ ਕੱਖ ਨਹੀਂ ਹੈਗਾ ਤੇ ਜਾਂ ਉਹ ਸਮਝਦਾ ਹੈ ਵੀ ਦੂਜੇ ਸਾਰੇ ਬੇਵਕੂਫ ਨੇ। ਜਿਸ ਬੰਦੇ ਨੇ ਵੀ ਇਹ ਗੱਲ ਕੀਤੀ ਹੈ, ਮੈਨੂੰ ਨਹੀਂ ਪਤਾ ਕਿਸ ਨੇ ਕੀਤੀ ਹੈ। ਅਗਲੀ ਗੱਲ ਆ ਤੁਸੀਂ ਕੀਤੀ ਕਿ ਉੱਥੇ ਗਰਮਾ ਗਰਮੀ ਹੋਈ। ਇੱਕ ਕੱਲ੍ਹ ਵਿਜੀਲੈਂਸ ਕਮਿਸ਼ਨ ਬਣਾਉਣ ਦਾ ਬਿੱਲ ਆਇਆ ਸੀਗਾ ਅਤੇ ਉਸ ਦੇ ਉੱਪਰ ਮੈਂ ਅਮੈਂਡਮੈਂਟ ਸੀ ਜਿਹੜੀ ਉਹ ਸੋਮਵਾਰ ਨੂੰ ਮੈਂ ਲਿਖ ਕੇ ਦੇ ਦਿੱਤੀ ਸੀਗੀ। ਹੁਣ ਉਹਦੇ 'ਚ ਅਮੈਂਡਮੈਂਟ ਮੇਰੀ ਉਹਨਾਂ ਨੇ ਕਰਤੀ ਰਿਜੈਕਟ। ਔਰ ਕਾਰਨ ਕੀ ਦਿੱਤਾ? ਕਾਰਨ ਸਪੀਕਰ ਸਾਹਿਬ ਨੇ ਇਹ ਦਿੱਤਾ ਕਿ ਤੁਸੀਂ 48 ਘੰਟੇ ਦਾ ਪੂਰਾ ਸਮਾਂ ਦਾ ਜਿਹੜਾ ਗੈਪ ਕਲੀਅਰ ਡੇਜ਼ ਹੋਣੇ ਚਾਹੀਦੇ ਸੀਗੇ, ਉਹ ਦਿੱਤੇ ਦਿੱਤੇ ਨਹੀਂ ਹੈਗੇ, ਇਸ ਕਰਕੇ ਇਹ ਰਿਜੈਕਟ ਕਰਦੇ ਆ। ਹੁਣ ਕਮਾਲ ਦੀ ਗੱਲ ਹੈ, ਮੈਂ ਸਪੀਕਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਐਤਵਾਰ ਸ਼ਾਮ ਨੂੰ ਮੇਰੇ ਕੋਲ 7:30 ਵਜੇ ਈਮੇਲ ਦੇ ਉੱਪਰ ਉਹ ਬਿੱਲ ਪਹੁੰਚਦੇ ਨੇ ਸਾਰੇ MLAs ਕੋਲੇ। ਹਾਰਡ ਕਾਪੀ ਅਗਲੇ ਦਿਨ ਮੰਡੇ ਮਿਲਦੀ ਹੈ। ਮੰਡੇ ਹੀ ਦੁਪਹਿਰੇ ਮੈਂ ਉਹਦੇ ਉੱਪਰ ਜਿਹੜੀ ਅਮੈਂਡਮੈਂਟ ਕਰਨੀ ਆ ਉਹ ਦੇ ਦਿੰਦਾ ਅਤੇ ਮੰਗਲਵਾਰ ਸਵੇਰੇ ਟਿਊਜ਼ਡੇ ਸਵੇਰੇ ਉਹਨੂੰ ਉਹ ਰਿਜੈਕਟ ਕਰ ਦਿੰਦੇ ਨੇ। ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਮੈਨੂੰ ਬਿੱਲ ਮਿਲਣ ਤੱਕ, ਜਦੋਂ ਬਿੱਲ ਦੀ ਮੈਨੂੰ ਕਾਪੀ ਮਿਲੀ ਅਤੇ ਜਦੋਂ ਮੈਨੂੰ ਉਹਦੀ ਰਿਜੈਕਸ਼ਨ ਲੈਟਰ ਮਿਲ ਗਈ ਕਿ ਤੁਸੀਂ 2 ਦਿਨ ਵਿੱਚ ਪੂਰੇ ਨਹੀਂ ਕੀਤੇ ਹੈਗੇ, 1.5 ਦਿਨ ਦੇ ਵਿੱਚ ਮੈਂ 2 ਦਿਨ ਪੂਰੇ ਕਿਵੇਂ ਕਰ ਸਕਦਾ? ਮੈਂ ਇਹ ਪੁੱਛਣਾ ਚਾਹੁੰਦਾ ਸੀ ਉਹਨਾਂ ਤੋਂ। ਠੀਕ ਹੈ, ਹਰਪਾਲ ਚੀਮਾ ਨਾਲ ਕਿਵੇਂ ਤਲਖੀ ਹੋ ਗਈ ਉੱਥੇ ਸਪੀਕਰ ਸਾਹਿਬ? ਸੁਣ ਤਾਂ ਲਓ। ਉਹ ਜਦੋਂ ਮੈਨੂੰ ਉਹਨਾਂ ਨੇ ਬੋਲਣ ਲਾ ਦਿੱਤਾ ਤਾਂ ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮਾ ਉੱਠੇ। ਉਹਨਾਂ ਨੇ ਕਿਹਾ ਵੀ ਸਾਡੇ ਇੱਕ ਮੈਂਬਰ ਨੇ, ਅਮਨ ਅਰੋੜਾ ਨੇ ਅਮੈਂਡਮੈਂਟ ਦਿੱਤੀ ਹੈ, ਅਮੈਂਡਮੈਂਟ ਦੇ ਉੱਪਰ ਤੁਸੀਂ ਰਿਜੈਕਟ ਕਰਤਾ, ਹੁਣ ਤੁਸੀਂ ਬੋਲਣ ਨਹੀਂ ਦੇ ਰਹੇ ਹੈਗੇ ਵੀ ਇਹ ਪੰਜਾਬ ਦੇ ਲੋਕਾਂ ਦਾ ਡੈਮੋਕ੍ਰੇਸੀ ਦਾ ਪਵਿੱਤਰ ਮੰਦਰ ਹੈ ਕਿ ਇਹ ਕੋਈ ਕਾਂਗਰਸ ਭਵਨ ਹੈ ਵੀ ਤੁਸੀਂ ਆਪੋਜੀਸ਼ਨ ਦੇ MLA ਨੂੰ ਬੋਲਣ ਨਾ ਦਿਓ। ਇਹ ਕੀ ਤਰੀਕਾ ਹੈ? ਜਦੋਂ ਮੈਂ ਇੱਕ ਪ੍ਰੋਪਰ ਪ੍ਰੋਸੀਜਰ ਫੋਲੋ ਕਰ ਰਿਹਾ, ਜਾਂ ਤਾਂ ਮੈਨੂੰ ਸਪੀਕਰ ਸਾਹਿਬ ਸਮਝਾ ਦਿੰਦੇ ਕਿ 1.5 ਦਿਨ 'ਚ 2 ਦਿਨ ਕਿਵੇਂ ਪੂਰੇ ਕਰਨੇ ਹੁੰਦੇ ਨੇ, ਫਿਰ ਤਾਂ ਮੈਂ ਮੰਨ ਲੈਂਦਾ। ਪਰ ਜਦੋਂ ਮੈਨੂੰ ਬੋਲਣ ਹੀ ਨਹੀਂ ਦੇਣਾ ਹੈਗਾ, ਔਰ ਉਹਦੇ 'ਚ ਇਹ ਬੋਲਣ ਕਿਉਂ ਨਹੀਂ ਦਿੱਤਾ ਹੈਗਾ? ਹੁਣ ਵਿਜੀਲੈਂਸ ਵਾਲਾ ਬਿੱਲ ਦੇ ਉੱਪਰ ਮੈਂ ਅਮੈਂਡਮੈਂਟ ਕੀ ਪੇਸ਼ ਕਰਨੀ ਚਾਹੁੰਦਾ ਸੀਗਾ। ਸਰਕਾਰ ਨੇ ਵਿਜੀਲੈਂਸ ਕਮਿਸ਼ਨ ਬਣਾਇਆ, ਚੀਫ ਵਿਜੀਲੈਂਸ ਕਮਿਸ਼ਨਰ ਔਰ ਵਿਜੀਲੈਂਸ ਕਮਿਸ਼ਨਰ ਨੇ ਜਿਹੜੇ ਉਹਨੂੰ ਅਪੁਆਇੰਟ ਕਰੇਗੀ 3 ਮੈਂਬਰਾਂ ਦੀ ਕਮੇਟੀ, ਇੱਕ CM, ਦੂਜਾ ਸਪੀਕਰ, ਤੀਸਰਾ ਸੀਨੀਅਰ ਮੋਸਟ ਮਿਨਿਸਟਰ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਕਰਪਸ਼ਨਾਂ ਜਿਹੜੀਆਂ ਕਰਦੇ ਹੁੰਦੇ ਨੇ ਉਹ ਸਰਕਾਰ ਦੇ ਬੰਦੇ ਨੇ, ਜਿਹੜੇ ਸਰਕਾਰ ਦੇ ਨੁਮਾਇੰਦੇ, ਮੰਤਰੀ, MLA ਔਰ ਅਫਸਰ ਕਰਦੇ ਹੁੰਦੇ ਨੇ। ਮੈਂ ਇਹ ਚਾਹੁੰਦਾ ਸੀਗਾ ਵੀ ਤੁਸੀਂ ਉਹ ਅਪੁਆਇੰਟ ਕਰਨ ਵਾਲੇ ਹੋ ਆਪਦੇ ਬੰਦਿਆਂ ਨੂੰ ਆਪਦੀ ਮਰਜ਼ੀ ਦੇ ਨਾਲ। ਤੁਸੀਂ ਇਹਦੇ ਵਿੱਚ ਮੈਂਬਰ 2 ਹੋਰ ਵਧਾਓ, ਇੱਕ ਲੀਡਰ ਆਫ ਆਪੋਜੀਸ਼ਨ ਨੂੰ ਪਾਓ ਅਤੇ ਇੱਕ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਪਾਓ, ਤਾਂ ਕਿ ਇੱਕ ਕੰਮ ਦਾ ਚੱਜ ਦਾ ਇਮਾਨਦਾਰ ਬੰਦਾ, ਜਿਹੜਾ ਨਿਊਟਰਲ ਬੰਦਾ ਹੈ, ਉਹ ਲਾਇਆ ਜਾ ਸਕੇ, ਤਾਂ ਕਿ ਜਿਹੜੇ ਕਰਪਸ਼ਨਾਂ ਕਰਦੇ ਨੇ ਉਹਨਾਂ ਦੀ ਧੌਣ ਨੂੰ ਵੀ ਹੱਥ ਪੈ ਸਕੇ। ਉਸ ਗੱਲ ਉਹਨਾਂ ਨੂੰ ਸਮਝ ਆ ਗਿਆ ਵੀ ਇਹ ਸਾਡੀ ਜਾਨ ਨੂੰ ਨਵਾਂ ਪੰਗਾ ਛਿੜ ਜੂਗਾ। ਇਸ ਕਰਕੇ ਉਹਨਾਂ ਨੇ ਪਹਿਲਾਂ ਮੇਰਾ ਅਮੈਂਡਮੈਂਟ ਰਿਜੈਕਟ ਕਰ ਦਿੱਤੀ ਅਤੇ ਉਸ ਤੋਂ ਮੁੜ ਕੇ ਮੈਨੂੰ ਬੋਲਣ ਨਹੀਂ ਦਿੱਤਾ ਹੈਗਾ, ਜਿਹਦੀ ਵਜ੍ਹਾ ਕਰਕੇ ਕੱਲ੍ਹ ਰੌਲਾ ਪਿਆ। ਸੋ ਹੁਣ ਇਹ ਅਮੈਂਡਮੈਂਟ ਮੇਰੀ ਸਹੀ ਸੀ ਕਿ ਗਲਤ ਸੀ, ਇਹ ਤੁਸੀਂ ਦੱਸੋ। ਔਰ 1.5 ਦਿਨ ਦੇ ਵਿੱਚ 2 ਦਿਨ ਕਿਵੇਂ ਪੂਰੇ ਕਰ ਸਕਦੇ? ਜੇ ਤੁਹਾਨੂੰ ਸਮਝ ਆ ਕੇ ਤਾਂ ਤੁਸੀਂ ਵੀ ਦੱਸ ਦਿਓ ਮੈਨੂੰ। ਸੋ ਇਸ ਗੱਲ ਦੇ ਉੱਪਰ ਜਿਹੜਾ ਕੱਲ੍ਹ ਰੌਲਾ ਪਿਆ ਸੀਗਾ, ਔਰ ਇਹ ਇਸ ਕਰਕੇ ਪਿਆ ਸੀਗਾ ਕਿਉਂਕਿ ਜੇ ਇਹ ਹੋ ਜਾਂਦਾ, ਜਿਹੜੀ ਕੈਪਟਨ ਅਮਰਿੰਦਰ ਸਿੰਘ ਪਰਸੋਂ ਕਹਿ ਕੇ ਹਟੇ ਨੇ ਕਿ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਗੇ, ਪੈਸੇ ਕਿੱਥੋਂ ਆਉਣਗੇ? ਪੈਸੇ ਤਾਂ ਹੀ ਆਉਣਗੇ ਜੇ ਮਾਫੀਆਜ਼ ਕੰਟਰੋਲ ਹੋਣਗੇ। ਮਾਫੀਆਜ਼ ਕੰਟਰੋਲ ਕਿਹਨੇ ਕਰਨਾ ਹੈ? ਉਹ ਵਿਜੀਲੈਂਸ ਨੇ ਕਰਨਾ ਹੈ। ਤੁਸੀਂ ਵਿਜੀਲੈਂਸ ਕਮਿਸ਼ਨ ਬਣਾ ਤਾਂ ਰਹੇ ਹੋ, 1.5-2 ਕਰੋੜ ਦਾ ਹਰ ਸਾਲ ਦਾ ਚਿੱਟਾ ਹਾਥੀ ਦਾ ਬੰਨ੍ਹ ਰਹੇ ਹੋ, ਪਰ ਬੰਦੇ ਉਹਦੇ 'ਚ ਆਪਦੇ ਅਪੁਆਇੰਟ ਕਰ ਰਹੇ ਹੋ ਅਤੇ ਚੋਰ ਨੂੰ ਫੜੂ ਕੌਣ? ਮੈਂ ਅਮਨ ਜੀ ਖੋਸ ਸਵਾਲ ਹੈ ਕਿ ਜਿਸ ਤੱਕ BJP ਲੀਡਰ ਹੁਣ ਲਗਾਤਾਰ ਬਿਆਨਬਾਜ਼ੀ ਕਰ ਰਹੇ ਸੀ ਕਿ ਸਾਨੂੰ ਪਿੰਡਾਂ ਵਿੱਚ ਦੇਖਦੇ ਕੌਣ ਜਾਣ ਤੋਂ ਰੋਕਦਾ, ਦੂਜੇ ਪਾਸੇ ਕਿਸਾਨਾਂ ਨੇ ਵੀ ਕਹਿਤਾ ਕਿ ਕੋਈ ਵੀ ਚਾਹੇ ਕੋਈ ਵੀ ਪਾਰਟੀ ਸਿਆਸੀ ਹੈ ਪੰਜਾਬ ਦੀ, ਅਸੀਂ ਪਿੰਡਾਂ ਵਿੱਚ ਆਉਣ ਨਹੀਂ ਦੇਣਾ ਜਦ ਤੱਕ ਸਾਡਾ ਇਹ ਹੱਲ ਨਹੀਂ ਹੋ ਜਾਂਦਾ। ਫਿਰ BJP ਕਹਿੰਦੀ ਕਿ ਸਾਨੂੰ ਕੌਣ ਰੋਕ ਸਕਦੇ? ਉਸ ਤੋਂ ਬਾਅਦ ਤਲਖੀ ਵੀ ਹੁੰਦੀ ਹੈ, ਆਮਨੇ ਸਾਹਮਣੇ ਵੀ ਹੋ ਜਾਂਦੇ ਨੇ ਕਿਸਾਨ। ਅੱਜ ਦੀ ਗੱਲ ਹੈਗੀ ਕਿ BJP ਰੈਲੀ ਦੋਸਤਾਨਾ ਦੇ ਰਹੀ ਸੀ ਸਕਾਲਰਸ਼ਿਪ ਦੇ ਖਿਲਾਫ, ਉਸ ਤੋਂ ਬਾਵਜੂਦ ਫਿਰ ਕਿਸਾਨਾਂ ਨਾਲ ਭਿੜ ਗਏ ਨੇ ਜਾ ਕੇ। ਇਹ ਮਾਹੌਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ BJP ਨੇ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ? ਨਹੀਂ, ਬਿਲਕੁਲ ਨਹੀਂ ਜੀ। ਜਿਸ ਤਰੀਕੇ ਦਾ ਹੰਕਾਰ ਨਰਿੰਦਰ ਮੋਦੀ ਜੀ ਦੇ ਵਿੱਚ ਤੇ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਆਇਆ ਹੋਇਆ, ਅੱਜ ਦੀ ਤਾਰੀਖ ਦੇ ਵਿੱਚ ਆਪਦਾ ਐਬਸੋਲਿਊਟ ਮੈਜੋਰਿਟੀ ਵਾਲਾ ਰਾਜ ਭਾਗ ਦੇਖ ਕੇ ਇਹ ਹੰਕਾਰ ਹੈ ਜਿਹੜਾ ਇਹ ਇਹਨਾਂ ਦੇ ਨੀਚੇ ਵਰਕਰਾਂ ਤੇ ਲੀਡਰਾਂ ਤੱਕ
ਪਹੁੰਚ ਚੁੱਕਿਆ ਤੇ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਬਿਲਕੁਲ ਵੀ ਸਹੀ ਨਹੀਂ ਹੈਗਾ। ਤੁਸੀਂ ਜੇ ਕੋਈ ਵਰਗ ਤੁਹਾਡੇ ਤੋਂ ਕੋਈ ਕਲੈਰੀਫਿਕੇਸ਼ਨ ਚਾਹੁੰਦਾ ਹੈ ਤੇ ਤੁਸੀਂ ਜਾ ਕੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਖਦਸ਼ੇ ਦੂਰ ਕਰੋ। ਇਹ ਕੀ ਮਤਲਬ ਹੈ ਕਿ ਤੁਸੀਂ ਥਾਂ ਥਾਂ 'ਤੇ ਕਿਸਾਨਾਂ ਨਾਲ ਭਿੜਦੇ ਫਿਰਦੇ ਹੋ? ਕਿਸਾਨ ਉਹਨਾਂ ਦੇ ਢਿੱਡ ਦੇ ਵਿੱਚ ਬੀਜੇਪੀ ਨੇ ਲੱਤ ਮਾਰਨ ਵਾਲਾ ਕੰਮ ਕਰਤਾ ਤੇ ਫਿਰ ਤੁਸੀਂ ਉਹਨਾਂ ਦੇ ਜਲੇ ਤੇ ਨਮਕ ਛਿੜਕੋ ਤੇ ਰੈਲੀਆਂ ਕੱਢੋ। ਇਹ ਚੀਜ਼ ਤਾਂ ਮੇਰੇ ਖਿਆਲ ਦੇ ਵਿੱਚ ਬਿਲਕੁਲ ਵੀ ਹਿਊਮੈਨਿਟੇਰੀਅਨ ਤੌਰ ਦੇ ਉੱਪਰ ਹੀ ਐਕਸੈਪਟੇਬਲ ਨਹੀਂ ਹੈਗੀ। ਹੁਣ ਜਿਸ ਤਰੀਕੇ ਨਾਲ ਤੁਸੀਂ ਮੰਨਦੇ ਹੋ ਕਿ ਜੋ ਵਿਧਾਨ ਸਭਾ ਦੇ ਵਿੱਚ ਬਿੱਲ ਕਾਂਗਰਸ ਲੈ ਕੇ ਆਈ ਹੈ ਜਾਂ ਉਸ ਨੂੰ ਤੁਸੀਂ ਇਗਨੋਰ ਕਰਦੇ ਹੋ ਵੀ ਇਸ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਣ ਵਾਲਾ, ਹੁਣ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ? ਕੋਈ ਆਮ ਆਦਮੀ ਪਾਰਟੀ ਕੋਲ ਕੋਈ ਤਰੀਕਾ ਹੈਗਾ ਜਿਸ ਨਾਲ ਕਿਸਾਨਾਂ ਦਾ ਭਲਾ ਹੋ ਜਾਵੇ? ਇੱਕੋ ਹੀ ਤਰੀਕਾ ਹੈ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਅਸੀਂ ਇਹ ਕਾਨੂੰਨ ਲੈ ਕੇ ਆਵਾਂਗੇ ਕਿ ਜੇ ਕੋਈ ਦਾਣਾ ਬਚ ਜਾਂਦਾ ਹੈ ਮੰਡੀ ਦੇ ਵਿੱਚ ਕਿਸਾਨਾਂ ਦਾ ਕਿਸੇ ਵੀ ਫਸਲ ਦਾ ਜਿਹੜਾ ਕਿ MSP ਦੇ ਉੱਪਰ ਸਰਕਾਰ ਕੇਂਦਰ ਸਰਕਾਰ ਨਹੀਂ ਪਰਚੇਜ਼ ਕਰੇਗੀ ਤਾਂ ਉਹਨੂੰ ਪੰਜਾਬ ਸਰਕਾਰ ਆਪਦੇ ਪੱਲਿਓਂ ਪੈਸੇ ਲਾ ਕੇ ਉਹ ਦਾਣਾ ਕੱਲਾ ਦਾਣਾ ਪਰਚੇਜ਼ ਕਰੇਗੀ। ਇਹ ਸਾਰੀ ਪ੍ਰੋਬਲਮ ਦਾ ਸਿਰਫ ਔਰ ਸਿਰਫ ਇਹੀ ਹੱਲ ਹੈ, ਹੋਰ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਇਲੈਕਸ਼ਨ ਨੂੰ ਹਲੇ 1.5 ਸਾਲ ਪਿਆ, ਹੁਣ ਦੀ ਜੀ ਗੱਲ ਕਰੀ, ਹੁਣ ਕੀ ਹੱਲ ਹੈਗਾ? ਹੁਣ ਕਿ ਤੁਹਾਨੂੰ ਹੱਲ ਦਿਖਦਾ ਕਿਸਾਨਾਂ ਦਾ ਕਿ ਕਿਸਾਨ ਇੱਦਾਂ ਹੀ ਟਰੈਕ ਤੇ ਬੈਠੇ ਰਹਿਣਗੇ? ਨਹੀਂ ਹਜੇ ਦੇਖੋ ਹੱਲ ਤਾਂ ਇਹੀ ਹੈ ਕਿਉਂਕਿ ਕੰਡੇ ਇਹ ਮੋਦੀ ਗਵਰਨਮੈਂਟ ਨੇ ਬੀਜੇ ਨੇ, ਉਹ ਬੈਕ ਟਰੈਕ ਕਰ ਲੈਣ, ਉਹ ਪਿੱਛੇ ਹਟ ਜਾਣ ਤਾਂ ਹੱਲ ਹੋ ਸਕਦਾ ਹੈ। ਤੇ ਹੋਰ ਤਾਂ ਮੈਨੂੰ ਐਜ਼ ਆਫ ਨਾਓ ਕੋਈ ਸੋਲਿਊਸ਼ਨ ਨਜ਼ਰ ਨਹੀਂ ਆਉਂਦਾ ਹੈਗਾ ਕਿਉਂਕਿ ਮਸਲਾ ਐਸ਼ੋਰਡ ਪਰਚੇਜ਼ ਦਾ ਹੈ। ਐਸ਼ੋਰਡ ਪਰਚੇਜ਼ ਉਹਦੀ ਹੋਏਗੀ ਜਦੋਂ ਪੈਸਾ ਆਏਗਾ। ਪੈਸਾ ਜਾਂ ਕੇਂਦਰ ਸਰਕਾਰ ਤੋਂ ਆਏਗਾ ਜਾਂ ਸਟੇਟ ਗਵਰਨਮੈਂਟ ਤੋਂ ਆਏਗਾ, ਹੋਰ ਤੀਜਾ ਸੋਰਸ ਕੀ ਹੈ? ਸੋ ਇਸ ਕਰਕੇ ਹਜੇ ਕੋਈ ਕਲੈਰਿਟੀ ਕੋਈ ਚਾਨਣ ਨਜ਼ਰ ਨਹੀਂ ਆਉਂਦਾ ਹੈਗਾ। ਇਹ ਤਾਂ ਕਿਸੇ ਨਾ ਕਿਸੇ ਗਵਰਨਮੈਂਟ ਨੂੰ, ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਉਹਨਾਂ ਨੂੰ ਇਹ ਜ਼ਿੰਮੇਵਾਰੀ ਉੱਠਣੀ ਪੈਣੀ ਹੈ ਕਿਉਂਕਿ ਤੁਸੀਂ ਦੇਖੋ ਕਿਸਾਨ ਜੋ ਕੰਮ ਕਰਦਾ ਹੈ, ਫਸਲ ਬੀਜਦਾ, ਫਸਲ ਉਗਾਉਂਦਾ ਹੈ, ਉਹ ਜਿਹੜਾ ਫੂਡ ਹੈ, ਫੂਡ ਇਕੱਲਾ ਇੱਕ ਆਈਟਮ ਨਹੀਂ ਹੈ, ਉਹ ਇੱਕ ਨੈਸ਼ਨਲ ਸਿਕਿਉਰਿਟੀ ਔਰ ਇੰਟੈਗਰਿਟੀ ਦਾ ਸਾਈਨ ਹੈ। ਨੈਸ਼ਨਲ ਸਿਕਿਉਰਿਟੀ ਵੀ ਕੰਪਰੋਮਾਈਜ਼ ਹੁੰਦੀ ਹੈ ਜੇ ਸਫੀਸ਼ੀਐਂਟ ਫੂਡ ਗ੍ਰੇਨ ਨਾ ਹੋਵੇ ਮੁਲਕ ਦੇ ਵਿੱਚ। ਸੋ ਇਸ ਕਰਕੇ ਜ਼ਿੰਮੇਵਾਰੀ ਹੈ ਜਿਹੜੀ ਉਹ ਸਟੇਟ ਗਵਰਨਮੈਂਟ ਨੂੰ, ਸੈਂਟਰਲ ਗਵਰਨਮੈਂਟ ਨੂੰ ਚੱਕਣੀ ਚਾਹੀਦੀ ਹੈ। ਤੁਸੀਂ ਕਿਸਾਨਾਂ ਦਾ ਸਾਥ ਦਿੰਦੇ ਰਹੋਗੇ? ਜਿਸ ਤਰੀਕੇ ਨਾਲ ਕਿਸਾਨ ਟਰੈਕ ਤੇ ਬੈਠੇ ਨੇ, ਪ੍ਰੋਟੈਸਟ ਕਰਦੇ ਨੇ, 4 ਤਰੀਕ ਨੂੰ ਫਿਰ ਮੀਟਿੰਗ ਬੁਲਾਏਗੀ ਚੰਡੀਗੜ੍ਹ ਦੇ ਵਿੱਚ, ਤੁਸੀਂ ਕਿਸਾਨਾਂ ਨਾਲ ਖੜੇ ਹੋ? ਜੋ ਤੁਹਾਨੂੰ ਲੱਗਦਾ ਕਿਸਾਨ ਕਹਿੰਦੇ ਨੇ ਬਿਲਕੁਲ ਸਹੀ ਕਰਦੇ ਨੇ? ਬਿਲਕੁਲ ਕਿਸਾਨਾਂ ਦੇ ਨਾਲ ਖੜੇ ਸੀ, ਖੜੇ ਹਾਂ ਤੇ ਖੜੇ ਰਹਾਂਗੇ ਜਦੋਂ ਤੱਕ ਉਹਨਾਂ ਦੇ ਸੰਘਰਸ਼ ਚੱਲੇਗਾ। ਜਦੋਂ ਤੱਕ ਇਹ ਸੰਘਰਸ਼ ਜਿੱਤ ਨਹੀਂ ਲੈਂਦੇ ਹੈਗੇ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦਾ ਅਮਨ ਅਰੋੜਾ, ਜਿਨ੍ਹਾਂ ਨੇ ਤੁਸੀਂ ਦੇਖਿਆ ਕਿ ਹਰ ਸਵਾਲ ਦੇ ਜਵਾਬ ਦਿੱਤੇ ਨੇ। ਤਾਂ ਆਪਾਂ ਫਿਰ ਕਿਸੇ ਨਵੇਂ ਸ਼ਖਸ ਨਾਲ ਗੱਲਬਾਤ ਕਰਾਂਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।